BA ਸੈਕੰਡ ਈਅਰ ਸਟੂਡੈਂਟ ਔਰ BA BEd ਸੈਕੰਡ ਈਅਰ ਸਟੂਡੈਂਟ। ਬੇਟਾ ਹੁਣ ਆਪਾਂ ਸ਼ੁਰੂ ਕਰਨਾ ਹੈ ਵੋਟਿੰਗ ਬਿਹੇਵੀਅਰਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਚੋਣ ਸੁਧਾਰ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਇਲੈਕਟੋਰਲ ਰਿਫੋਰਮਸ। ਸੋ ਸਭ ਤੋਂ ਪਹਿਲਾਂ ਤਾਂ ਬੇਟਾ ਸਾਡੇ ਜਿਹੜਾ ਚੋਣ ਪ੍ਰਕਿਰਿਆ ਹੈ, ਜਿਹੜੇ ਚੁਣਾਵ ਨੇ, ਉਹਨਾਂ ਦੀਆਂ ਸਭ ਤੋਂ ਪਹਿਲਾਂ ਵੀਕਨੈਸਿਸ ਕਿਹੜੀਆਂ ਕਿਹੜੀਆਂ ਨੇ, ਹੈ ਨਾ। ਨੰਬਰ 1, ਵਾਈਡ ਗੈਪ ਬਿਟਵੀਨ ਦ ਸੀਟਸ ਵੋਨ ਐਂਡ ਦ ਵੋਟਸ ਪੋਲਡ, ਯਾਨੀ ਕਿ ਪ੍ਰਾਪਤ ਸਥਾਨ ਅਤੇ ਪ੍ਰਾਪਤ ਵੋਟਾਂ ਵਿਚਕਾਰ ਵਿਆਪਕ ਅੰਤਰ ਪਾਇਆ ਜਾਂਦਾ ਹੈ। ਕਦੀ ਤੁਸੀਂ ਦੇਖਿਆ ਹੋਏਗਾ ਨਿਊਜ਼ ਦੇ ਵਿੱਚ ਤੁਸੀਂ ਸੁਣਿਆ ਹੋਏਗਾ ਕਿ ਜਿੱਥੇ 1 ਲੱਖ ਵੋਟਾਂ ਪੈਣੀਆਂ ਚਾਹੀਦੀਆਂ ਨੇ, ਉੱਥੇ 40,000 ਵੋਟਾਂ ਪੈਂਦੀਆਂ ਨੇ, 30,000 ਵੋਟਾਂ ਪੈਂਦੀਆਂ, ਜਾਂ ਮੋਰ ਓਵਰ ਅਗਰ ਜ਼ਿਆਦਾ ਤੋਂ ਜ਼ਿਆਦਾ ਹੋ ਜਾਣ ਤਾਂ 70,000 ਵੋਟਾਂ ਪੈ ਜਾਂਦੀਆਂ ਨੇ ਕਦੇ ਕਦੇ। ਸੋ ਜਿਹੜਾ ਇਹ ਗੈਪ ਹੈ ਇਹ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਲੋਕ ਜਿਹੜੇ ਹੈਗੇ ਨੇ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਉਹ ਵੋਟ ਜਿਹੜਾ ਨਹੀਂ ਪਾਉਂਦੇ ਹੈਗੇ, ਯੂਜ਼ ਹੀ ਨਹੀਂ ਕਰਦੇ ਆਪਣੇ ਇਸ ਮਤਦਾਨ ਦੇ ਅਧਿਕਾਰ ਨੂੰ। ਨੰਬਰ 2, ਇਲੈਕਸ਼ਨਸ ਆਰ ਵੈਰੀ ਐਕਸਪੈਂਸਿਵ, ਖਰਚੀਲੀਆਂ ਵੋਟਾਂ ਹੁੰਦੀਆਂ ਨੇ। ਤੁਸੀਂ ਦੇਖਿਆ ਹੋਏਗਾ ਕਿਵੇਂ ਪਾਣੀ ਵਾਂਗੂ ਪੈਸਾ ਬਹਾਇਆ ਜਾਂਦਾ, ਐਕਸਪੈਂਸਿਵ ਇਲੈਕਸ਼ਨਸ ਹੁੰਦੇ ਨੇ, ਕਿੰਨੇ ਤਰ੍ਹਾਂ ਦੀਆਂ ਰੈਲੀਜ਼ ਕੱਢੀਆਂ ਜਾਂਦੀਆਂ ਨੇ, ਕਿੰਨੇ ਤਰ੍ਹਾਂ ਦੇ ਲਾਲਚ ਜਿਹੜੇ ਹੈਗੇ ਨੇ ਦਿੱਤੇ ਜਾਂਦੇ ਨੇ, ਕਿੰਨਾ ਭਾਰੀ ਰਸ਼ ਹੁੰਦਾ ਹੈ। ਸੋ ਜਿਹੜੀਆਂ ਵੋਟਸ ਨੇ ਇਹਨਾਂ ਦੇ ਉੱਤੇ ਜਿਹੜਾ ਹੋਣ ਵਾਲਾ ਖਰਚਾ ਹੈ ਉਹ ਬਹੁਤ ਹੀ ਜ਼ਿਆਦਾ ਹੁੰਦਾ ਹੈ, ਕਿਉਂਕਿ ਪੈਂਫਲੇਟਸ ਵੀ ਛਪਵਾਏ ਜਾਂਦੇ ਨੇ, ਬੈਨਰਸ ਵੀ ਲਗਵਾਏ ਜਾਂਦੇ ਨੇ। ਸੋ ਸਾਰਾ ਇਹ ਜਿਹੜਾ ਖਰਚਾ ਜਿਹੜਾ ਹੈਗਾ ਇਹ ਚੋਣ ਸੁਧਾਰ ਦੇ ਵਿੱਚ ਚੋਣ ਜਿਹੜਾ ਹੈਗਾ ਇਹ ਵੀਕਨੈਸ ਹੈ ਚੋਣਾਂ ਦੀਆਂ। ਉਸ ਤੋਂ ਬਾਅਦ ਹੈ ਮਿਸਯੂਜ਼ ਆਫ ਦ ਗਵਰਨਮੈਂਟ ਮਸ਼ੀਨਰੀ, ਸਰਕਾਰੀ ਮਸ਼ੀਨਰੀ ਦਾ ਗਲਤ ਪ੍ਰਯੋਗ ਕਰ ਲਿੱਤਾ ਜਾਂਦਾ ਹੈ। ਜਿਵੇਂ ਅੱਜ ਕੱਲ੍ਹ ਤੁਸੀਂ ਦੇਖਿਆ ਹੋਗਾ EVM ਮਸ਼ੀਨਾਂ ਜਿਹੜੀਆਂ ਹੈਗੀਆਂ ਉੱਥੇ ਤੱਕ ਕਿ ਉਹਨਾਂ ਦਾ ਵੀ ਗਲਤ ਪ੍ਰਯੋਗ ਕਰ ਲਿੱਤਾ ਜਾਂਦਾ। ਬੈਲਟ ਬਾਕਸ ਪਹਿਲਾਂ ਇੱਧਰ ਉੱਧਰ ਹੋ ਜਾਂਦੇ ਸੀਗੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਜਿਹੜੇ ਚੁਣਾਵੀ ਪ੍ਰਕਿਰਿਆ ਨੇ ਉਹਨੂੰ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਵੀਕ ਬਣਾਉਂਦੀਆਂ ਨੇ। ਇਨਕੰਪਲੀਟ ਐਂਡ ਡਿਫੈਕਟਿਵ ਵੋਟਰ ਲਿਸਟ, ਅਪੂਰਨ ਅਤੇ ਨੁਕਸਦਾਰ ਵੋਟਰ ਸੂਚੀਆਂ। ਜਦੋਂ ਲਿਸਟ ਆਉਂਦੀ ਹੈ, ਵੋਟਰਸ ਦੀ ਸੂਚੀ ਆਉਂਦੀ ਹੈ, ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਚੇਂਜਿਸ ਕਰਨ ਦੀ ਲੋੜ ਹੁੰਦੀ ਹੈ, ਕਿਉਂਕਿ ਕਈ ਵਾਰ ਦੇਖਿਆ ਹੋਏਗਾ ਫੋਟੋ ਕਿਸੇ ਦੀ ਅਤੇ ਵੋਟ ਕਿਸੇ ਦੀ ਹੁੰਦੀ ਹੈ, ਕਈ ਵਾਰ ਕਿਸੇ ਦਾ ਨਾਮ ਗਲਤ ਆ ਜਾਂਦਾ, ਕਿਸੇ ਦਾ ਨੰਬਰ ਗਲਤ ਆ ਜਾਂਦਾ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਵੀਕੈਸਟ ਪੁਆਇੰਟ ਹੈਗਾ ਸਾਡੇ ਇੰਡੀਅਨ ਇਲੈਕਟੋਰਲ ਰਿਫੋਰਮਸ ਦਾ। ਉਸ ਤੋਂ ਬਾਅਦ ਆਉਂਦਾ ਹੈ ਸ਼ਾਸਕ ਦਲ ਦੁਆਰਾ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਚੋਣ ਖੇਤਰੀ ਦੀਆਂ ਹੱਦਾਂ ਦੇ ਵਿੱਚ ਪਰਿਵਰਤਨ ਕਰ ਦੇਣਾ, ਹੈ ਨਾ। ਜਿਹੜੇ ਖੇਤਰ ਦੀਆਂ ਚੋਣਾਂ ਨੇ ਉਹਨੂੰ ਹੋਰ ਐਕਸਟੈਂਡ ਕਰ ਦੇਣਾ ਜਾਂ ਘਟਾ ਦੇਣਾ, ਚੋਣ ਉਮੀਦਵਾਰਾਂ ਦੇ ਨਿਪਟਾਰੇ ਵਿੱਚ ਦੇਰੀ ਕਰ ਦੇਣੀ ਹੈ, ਧਰਮ, ਜਾਤੀ, ਭਾਸ਼ਾ ਦੇ ਆਧਾਰ 'ਤੇ ਵੋਟ ਮੰਗਣੇ, ਕਾਸਟ ਦੇ ਆਧਾਰ 'ਤੇ ਵੋਟ ਮੰਗਣੇ, ਆਜ਼ਾਦ ਉਮੀਦਵਾਰ ਜਿਹੜੇ ਪਤਾ ਹੀ ਨਹੀਂ ਕਿਹੜੀ ਪਾਰਟੀ ਦੇ ਨੇ, ਕਿਸ ਤਰ੍ਹਾਂ ਨੇ, ਉਹਨਾਂ ਦੀ ਕਾਫੀ ਸਮੱਸਿਆ ਆ ਜਾਂਦੀ ਹੈਗੀ ਹੈ। ਸੇ ਵੋਟਾਂ ਦੁਆਰਾ ਮਤਦਾਨ ਦਾ ਪ੍ਰਯੋਗ ਨਾ ਕਰਨਾ, ਕਈ ਵਾਰ ਲੋਕ ਵੋਟਾਂ ਦਾ ਪ੍ਰਯੋਗ ਨਹੀਂ ਕਰਦੇ ਹੈਗੇ, ਵੋਟਸ ਹੀ ਨਹੀਂ ਪਾਉਂਦੇ ਹੈਗੇ, ਅਗਰ ਪਾਉਂਦੇ ਵੀ ਹੈ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਾਲਚ ਦੇ ਨਾਲ ਵੋਟਸ ਜਿਹੜੀਆਂ ਹੈਗੀਆਂ ਉਹ ਪਾ ਲਿੱਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਹੈ ਅਪਰਾਧੀਆਂ ਅਤੇ ਬਾਹੂਬਲੀਆਂ ਦੀ ਸਮੱਸਿਆ, ਪ੍ਰੋਬਲਮ ਆਫ ਦ ਕ੍ਰਿਮੀਨਲਸ, ਹੈ ਨਾ। ਜੋ ਲੋਕੀ ਨੇ ਉਹ ਇਸ ਦੇ ਵਿੱਚ ਜਿਹੜਾ ਹੈਗਾ ਨਾ ਕ੍ਰਿਮੀਨਲ ਤਰੀਕਿਆਂ ਦੇ ਨਾਲ ਵੋਟਸ ਪਵਾਈਆਂ ਜਾਂਦੀਆਂ ਨੇ, ਅਪਰਾਧਿਕ ਤਰੀਕਿਆਂ ਨਾਲ ਵੋਟ ਪਵਾਈਆਂ ਜਾਂਦੀਆਂ ਨੇ। ਔਰ ਜਿਹੜੇ ਮਸਕਲਰਸ ਆਉਂਦੇ ਨੇ, ਜਿਹੜੇ ਬਾਹੂਬਲੀ ਆਉਂਦੇ ਨੇ, ਕਹਿ ਲਓ ਕਿ ਉਹ ਆਪਣੇ ਤਾਕਤ ਦਾ ਗਲਤ ਪ੍ਰਯੋਗ ਕਰਦੇ ਨੇ। ਉਮੀਦਵਾਰ ਬਹੁਤ ਘੱਟ ਵੋਟਾਂ ਪ੍ਰਾਪਤ ਕਰਕੇ ਵੀ ਜਿੱਤ ਜਾਂਦਾ, ਕਿਉਂਕਿ ਵੋਟਸ ਪ੍ਰੋਪਰ ਹੀ ਨਹੀਂ ਪਈਆਂ ਹੁੰਦੀਆਂ, ਹੈ ਨਾ। ਔਰ ਉਸ ਤੋਂ ਦੌਰਾਨ ਚੋਣਾਂ ਦੇ ਵਿਚਕਾਰ ਹਿੰਸਾ ਹੋ ਜਾਂਦੀ, ਕਦੇ ਇਲਾਕਿਆਂ ਦੇ ਵਿੱਚ ਚੋਣਾਂ ਦੇ ਦੌਰਾਨ ਹਿੰਸਾ ਹੋ ਜਾਂਦੀ ਤਾਂ ਕੀ ਕਰਦੇ ਨੇ ਕਿ ਵੋਟਸ ਉੱਥੇ ਦੀਆਂ ਕੈਂਸਲ ਕਰਕੇ ਦੁਬਾਰਾ ਇੱਕ ਨਵੀਂ ਡੇਟ ਦਿੰਦੇ ਨੇ। ਸੋ ਇੱਕ ਮਜ਼ਾਕ ਜਿਹੜਾ ਹੈਗਾ ਉਹ ਬਣ ਕੇ ਰਹਿ ਜਾਂਦਾ ਹੈ ਚੋਣਾਂ ਦਾ, ਠੀਕ ਹੈ। ਪਰ ਰੂਪਣ ਦੀ ਸਮੱਸਿਆ, ਪਰ ਰੂਪਣ ਹੁੰਦਾ ਹੈ ਬੇਟਾ ਆਮ ਦੇਖਣ ਦੇ ਵਿੱਚ ਆਉਂਦਾ ਹੈ ਕਿ ਚੋਣਾਂ ਅਨੇਕ ਵਿਅਕਤੀ ਦੂਜੇ ਦੀ ਜਗ੍ਹਾ ਵੋਟ ਪਾ ਕੇ ਚਲੇ ਜਾਂਦੇ ਹਨ, ਹੈ ਨਾ, ਇੱਕ ਦੂਜੇ ਦੀ ਜਗ੍ਹਾ ਵੋਟ ਪਾ ਦਿੱਤੇ ਜਾਂਦੇ ਨੇ। ਸੋ ਇਹ ਵੀ ਜਿਹੜਾ ਹੈਗਾ ਇੱਕ ਤਰੀਕੇ ਦਾ ਕਹਿ ਦਿਓ ਕਿ ਇੱਕ ਵੀਕੈਸਟ ਪੁਆਇੰਟ ਹੈ ਆਪਣੇ ਇੰਡੀਆ ਦੀ ਚੋਣ ਪ੍ਰਕਿਰਿਆ ਦਾ। ਉਸ ਤੋਂ ਬਾਅਦ ਹੈ ਪ੍ਰਤੀਨਿਧੀਆਂ ਨੂੰ ਵਾਪਸ ਬੁਲਾਉਣ ਦੀ ਕਮੀ ਹੈਗੀ ਹੈ, ਛਾਪੇਖਾਨੇ ਦਾ ਦੁਰਉਪਯੋਗ ਕੀਤਾ ਜਾਂਦਾ, ਪ੍ਰੈਸ ਦੇ ਵਿੱਚ ਵਧੀਆ ਵਧੀਆ ਗੱਲਾਂ ਜਿਹੜੀਆਂ ਹੈਗੀਆਂ ਪੈਸੇ ਦੇ ਕੇ ਛਪਵਾ ਲਓ ਆਪਣੇ ਬਾਰੇ। ਰਾਜਨੀਤਿਕ ਦਲਾਂ ਦੀ ਭਰਮਾਰ ਹੈ, ਕਿਉਂਕਿ ਕਈ ਵਾਰੀ ਵੋਟਰਸ ਜਿਹੜੇ ਹੈਗੇ ਨੇ ਕਈ ਵਾਰੀ ਇਲਿਟਰੇਟ ਹੁੰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਭਾਜਪਾ ਕਾਂਗਰਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਚੁਣਾਵੀ ਦਲ ਨੇ ਉਹ ਇਸ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਨੇ। ਸੋ ਉਸ ਤੋਂ ਬਾਅਦ ਆਉਂਦਾ ਬੇਟਾ ਪ੍ਰਪੋਜ਼ਲ ਆਫ ਦ ਇਲੈਕਸ਼ਨ ਰਿਫੋਰਮਸ, ਇਹਨਾਂ ਦੀ ਸੁਜੈਸ਼ਨਸ ਕੀ ਹੈ। ਸੋ ਇਹਦੇ ਵਿੱਚ ਸੁਜੈਸ਼ਨ ਤੁਸੀਂ ਆਪ ਹੀ ਲਿਖ ਸਕਦੇ ਹੋ ਕਿ ਵੋਟਾਂ ਜਿਹੜੀਆਂ ਹੈਗੀਆਂ ਕਾਸਟ ਦੇ ਆਧਾਰ 'ਤੇ ਨਹੀਂ ਹੋਣੀਆਂ ਚਾਹੀਦੀਆਂ, ਭਾਸ਼ਾ ਦੇ ਆਧਾਰ 'ਤੇ ਨਹੀਂ ਹੋਣੀਆਂ ਚਾਹੀਦੀਆਂ, ਜਾਤ ਦੇ ਆਧਾਰ 'ਤੇ ਨਹੀਂ ਹੋਣੀਆਂ ਚਾਹੀਦੀਆਂ, ਬੈਲਟ ਬਾਕਸ ਜਿਹੜੇ ਹੈਗੇ ਨੇ ਉਹਨਾਂ ਦਾ ਦੁਰਉਪਯੋਗ ਜਾਂ EVM ਮਸ਼ੀਨਾਂ ਦਾ ਦੁਰਉਪਯੋਗ ਨਹੀਂ ਕੀਤਾ ਜਾਣਾ ਚਾਹੀਦਾ, ਠੀਕ ਹੈ। ਸਾਰਿਆਂ ਨੂੰ ਵੋਟਸ ਪਾਉਣ ਲਈ ਜਾਗਰੂਕ ਹੋਣਾ ਚਾਹੀਦਾ, ਵੋਟਾਂ ਜਿਹੜੀਆਂ ਹੈਗੀਆਂ ਉਹ ਘੱਟ ਖਰਚੀਲੀਆਂ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਚੋਣਾਂ ਦੌਰਾਨ ਹਿੰਸਾ ਨੂੰ ਰੋਕਣਾ ਚਾਹੀਦਾ, ਪੁਲਿਸ ਦੇ ਪ੍ਰੋਪਰ ਪ੍ਰਬੰਧ ਹੋਣੇ ਚਾਹੀਦੇ ਨੇ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਵੀ ਅਗਰ ਕੋਈ ਬੰਦਾ ਵੋਟ ਪਾਵੇ ਤਾਂ ਉਸੀ ਦਾ ਜਿਹੜਾ ਹੈਗਾ ਪ੍ਰਮਾਣ ਪੱਤਰ ਹੋਵੇ, ਜਦੋਂ ਵੋਟਾਂ ਬਣ ਕੇ
ਆਉਣ ਤਾਂ ਉਹ ਬਿਲਕੁਲ ਪ੍ਰੋਪਰ ਤਰੀਕੇ ਨਾਲ ਸਹੀ ਹੋਣ। ਜੋ ਤੁਸੀਂ ਇਹਦੇ ਵਿੱਚ ਵੀਕਨੈਸ ਲਿਖੀਆਂ ਉਹੀ ਨਹੀਂ ਹੋਣਾ ਚਾਹੀਦਾ ਲਿਖ ਕੇ, ਜਿਹੜੀਆਂ ਹੈਗੀਆਂ ਇਹਦੀਆਂ ਰਿਫੋਰਮਸ ਬਣ ਜਾਣਗੀਆਂ। ਠੀਕ ਹੈ ਬੇਟਾ, ਸੋ ਇਹ ਇੱਥੇ ਤੁਹਾਡਾ ਇਹ ਚੈਪਟਰ ਕੰਪਲੀਟ ਹੈ। ਅਗਲਾ ਚੈਪਟਰ ਜਿਹੜਾ ਹੈਗਾ ਉਹ ਆਪਣਾ ਰੋਲ ਆਫ ਦੀ ਪ੍ਰੈਸ਼ਰ ਗਰੁੱਪਸ ਇਨ ਇੰਡੀਅਨ ਪੋਲੀਟਿਕਸ, ਉਹ ਆਪਾਂ ਅਗਲੇ ਲੈਕਚਰ 'ਚ ਕਰਾਂਗੇ।